ਅਸੀਂ ਕਰ ਰਹੇ ਸੀ ਪ੍ਰਾਚੀਨ ਭਾਰਤੀ ਇਤਿਹਾਸ ਦੇ ਮੁੱਖ ਸੋਮੇ। ਅੱਜ ਦਾ ਟੌਪਿਕ ਹੈ ਪੁਰਾਤੱਤਵ ਸੰਬੰਧੀ ਸੋਮੇ। ਪੁਰਾਤੱਤਵ ਸੰਬੰਧੀ ਸੋਮਿਆਂ ਨੇ ਵੀ ਭਾਰਤੀ ਇਤਿਹਾਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਹਿੱਸਾ ਪਾਇਆ ਹੈ। ਜੇ ਪ੍ਰਾਚੀਨ ਕਾਲ ਦੇ ਸ਼ਿਲਾਲੇਖ, ਸਤੰਭ ਲੇਖਾਂ, ਸ਼ਾਹੀ ਸਿੱਕਿਆਂ, ਅਸਤਰਾਂ ਸ਼ਸਤਰਾਂ, ਭਵਨਾਂ ਅਤੇ ਖੰਡਰਾਂ, ਕਲਾ ਕਿਰਤੀਆਂ ਦੇ ਰੂਪ ਦੇ ਵਿੱਚ ਸਾਡੇ ਕੋਲ ਪੁਰਾਤੱਤਵ ਸੰਬੰਧੀ ਸੋਮੇ ਨਾ ਹੁੰਦੇ ਤਾਂ ਸਾਡੇ ਦੇਸ਼ ਦਾ ਪ੍ਰਾਚੀਨ ਯੁੱਗ ਦਾ ਇਤਿਹਾਸਿਕ ਬਿਰਤਾਂਤ ਕਾਫੀ ਹੱਦ ਤੱਕ ਅਧੂਰਾ ਰਹਿ ਜਾਂਦਾ। ਪੁਰਾਤੱਤਵ ਸੰਬੰਧੀ ਸੋਮਿਆਂ ਨੂੰ 4 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਅਭਿਲੇਖ, ਦੂਜਾ ਸਿੱਕੇ, ਤੀਜਾ ਪੁਰਾਤਨ ਸਥਾਨਾਂ ਦੀਆਂ ਖੁਦਾਈਆਂ ਅਤੇ ਚੌਥਾ ਪ੍ਰਾਚੀਨ ਭਵਨ ਅਤੇ ਕਲਾ ਕਿਰਤੀਆਂ। ਅਭਿਲੇਖ ਕਈ ਕਿਸਮ ਦੇ ਹਨ ਅਤੇ ਇਹ ਲੇਖ ਨਾ ਕੇਵਲ ਸ਼ਿਲਾਵਾਂ, ਸਤੰਭਾਂ ਅਤੇ ਦੀਵਾਰਾਂ ਦੇ ਉੱਤੇ ਉਕਰੇ ਹੋਏ ਮਿਲਦੇ ਹਨ, ਸਗੋਂ ਸਿੱਕਿਆਂ, ਮੋਹਰਾਂ, ਮੂਰਤੀਆਂ ਅਤੇ ਦੂਜੀਆਂ ਧਾਤੂ ਵਸਤੂਆਂ ਉੱਤੇ ਵੀ ਉਕਰੇ ਮਿਲਦੇ ਹਨ। ਪਹਿਲਾ ਹੈ ਅਸ਼ੋਕ ਦੇ ਅਭਿਲੇਖ। ਸਰਕਾਰੀ ਅਭਿਲੇਖਾਂ ਵਿੱਚੋਂ ਅਸ਼ੋਕ ਦੇ ਸ਼ਿਲਾਲੇਖ ਅਤੇ ਸਤੰਭ ਲੇਖ ਇਤਿਹਾਸਿਕ ਪੱਖ ਤੋਂ ਸਭ ਤੋਂ ਮਹੱਤਵਪੂਰਨ ਹਨ। ਉਸ ਦੇ ਅਭਿਲੇਖਾਂ ਵਿੱਚੋਂ ਪ੍ਰਸਿੱਧ 14 ਸ਼ਿਲਾਲੇਖ ਜੋ ਸ਼ਾਹਬਾਜ਼ਗੜ੍ਹੀ, ਮਾਨਸੇਰਾ, ਕਾਲਸੀ, ਗਿਰਨਾਰ, ਮਾਸਕੀ ਸਥਾਨਾਂ ਤੋਂ ਮਿਲੇ ਹਨ। 7 ਸਤੰਭ ਲੇਖ ਜੋ ਟੋਪਰਾ, ਮੇਰਠ, ਪ੍ਰਯਾਗ, ਲੌਰੀਆ, ਨੰਦਗੜ੍ਹ ਤੋਂ ਪ੍ਰਾਪਤ ਹੋਏ ਹਨ। ਛੋਟੇ ਸ਼ਿਲਾਲੇਖ ਜੋ ਸਹਿਸਰਾਮ, ਰੂਪਨਾਥ, ਬੈਰਾਤ, ਸਿੱਧੂਪੁਰ, ਬ੍ਰਹਮਗਿਰੀ ਸਥਾਨਾਂ ਤੋਂ ਮਿਲੇ ਹਨ। ਛੋਟੇ ਸਤੰਭ ਲੇਖ ਜੋ ਸਾਰਨਾਥ, ਪ੍ਰਯਾਗ ਅਤੇ ਸਾਂਚੀ ਤੋਂ ਮਿਲੇ ਹਨ। ਸਪਸ਼ਟ ਹੈ ਕਿ ਉਸ ਦੇ ਅਭਿਲੇਖ ਉਸ ਦੇ ਸਾਮਰਾਜ ਦੇ ਚਾਰੇ ਪਾਸੇ ਸਥਿਤ ਸਥਾਨਾਂ ਤੋਂ ਮਿਲੇ ਹਨ ਅਤੇ ਇਹਨਾਂ ਤੋਂ ਉਸ ਦੇ ਸਾਮਰਾਜ ਦੇ ਵਿਸਥਾਰ ਬਾਰੇ ਨਿਸ਼ਚਿਤ ਜਾਣਕਾਰੀ ਹੁੰਦੀ ਹੈ। ਇਹਨਾਂ ਅਭਿਲੇਖਾਂ ਉੱਤੇ ਉਕਰੇ ਸ਼ਬਦਾਂ ਤੋਂ ਅਸ਼ੋਕ ਦੇ ਧਰਮ, ਉਸ ਦੀ ਬੁੱਧ ਧਰਮ ਪ੍ਰਤੀ ਸ਼ਰਧਾ, ਉਸ ਦੇ ਸ਼ਾਸਨ ਪ੍ਰਬੰਧ ਅਤੇ ਪ੍ਰਜਾ ਹਿਤਕਾਰੀ ਕਾਰਜਾਂ ਅਤੇ ਉਸ ਦੀ ਸ਼ਖਸੀਅਤ ਬਾਰੇ ਬਹੁਮੁੱਲੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹਨਾਂ ਤੋਂ ਬਿਨਾਂ ਅਸੀਂ ਵਿਸ਼ਵ ਦੇ ਇਸ ਮਹਾਨ ਸਮਰਾਟ ਦੀਆਂ ਵਾਸਤਵਿਕ ਪ੍ਰਾਪਤੀਆਂ ਤੋਂ ਅਣਜਾਣ ਰਹਿ ਜਾਂਦੇ। ਹੋਰ ਸਰਕਾਰੀ ਅਭਿਲੇਖ। ਅਸ਼ੋਕ ਦੇ ਅਭਿਲੇਖਾਂ ਤੋਂ ਇਲਾਵਾ ਕਲਿੰਗ ਦੇ ਰਾਜੇ ਖਾਰਵੇਲ ਦਾ ਹਾਥੀ ਗੁਫਾ ਅਭਿਲੇਖ, ਸਮੁੰਦਰਗੁਪਤ ਦੇ ਸਮੇਂ ਦਾ ਪ੍ਰਯਾਗ ਸਤੰਭ ਲੇਖ, ਚੰਦਰਗੁਪਤ ਦੂਜੇ ਨਾਲ ਸੰਬੰਧਿਤ ਸਤੰਭ ਲੇਖ, ਸਕੰਦਗੁਪਤ ਦਾ ਭਿੱਤਰੀ ਸਤੰਭ ਲੇਖ ਅਤੇ ਭੋਜ ਆਦਿ ਹਾਕਮਾਂ ਬਾਰੇ ਅਭਿਲੇਖ ਵੀ ਇਤਿਹਾਸਿਕ ਦ੍ਰਿਸ਼ਟੀ ਤੋਂ ਬਹੁਤ ਉਪਯੋਗੀ ਹਨ। ਉਦਾਹਰਨ ਵਜੋਂ ਹਰੀ ਸੇਨ ਰਾਹੀਂ ਲਿਖਤ ਪ੍ਰਯਾਗ ਸਤੰਭ ਲੇਖ ਤੋਂ ਸਮੁੰਦਰਗੁਪਤ ਦੇ ਵਿਅਕਤੀਗਤ ਗੁਣਾਂ, ਉਸ ਦੀਆਂ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਜਿੱਤਾਂ ਅਤੇ ਉਸ ਦੇ ਭਾਰਤ ਦੇ ਪੂਰਬੀ ਅਤੇ ਉੱਤਰ ਪੱਛਮੀ ਭਾਗਾਂ ਦੇ ਕਬੀਲਿਆਂ ਨਾਲ ਸੰਬੰਧਾਂ ਬਾਰੇ ਬਹੁਮੁੱਲੀ ਜਾਣਕਾਰੀ ਹੁੰਦੀ ਹੈ। ਜੇ ਇਹ ਸਤੰਭ ਲੇਖ ਨਾ ਹੁੰਦਾ ਤਾਂ ਅਸੀਂ ਸਮੁੰਦਰਗੁਪਤ ਵਰਗੇ ਮਹਾਨ ਹਾਕਮ ਦੀਆਂ ਜਿੱਤਾਂ ਅਤੇ ਸਫਲਤਾਵਾਂ ਦੇ ਵਿਸ਼ੇ ਵਿੱਚ ਬਹੁਤ ਘੱਟ ਜਾਣਕਾਰੀ ਰੱਖਦੇ। ਇਸੇ ਤਰ੍ਹਾਂ ਜੇ ਹਾਥੀ ਗੁਫਾ ਅਭਿਲੇਖ ਨਾ ਮਿਲਦਾ
ਤਾਂ ਸਾਨੂੰ ਭਾਰਤ ਵਰਸ਼ ਦੇ ਇੱਕ ਪ੍ਰਭਾਵਸ਼ਾਲੀ ਸ਼ਾਸਕ ਖਾਰਵੇਲ ਦੀਆਂ ਪ੍ਰਾਪਤੀਆਂ ਬਾਰੇ ਕੁਝ ਪਤਾ ਹੀ ਨਾ ਚੱਲਦਾ। ਤੀਸਰਾ ਹੈ ਗੈਰ ਸਰਕਾਰੀ ਅਭਿਲੇਖ। ਬਹੁਤ ਜ਼ਿਆਦਾ ਗਿਣਤੀ ਵਿੱਚ ਗੈਰ ਸਰਕਾਰੀ ਜਾਂ ਪ੍ਰਾਈਵੇਟ ਅਭਿਲੇਖ ਵੀ ਮਿਲਦੇ ਹਨ, ਜਿਹੜੇ ਜ਼ਿਆਦਾਤਰ ਦੇਵਤਿਆਂ ਦੀਆਂ ਮੂਰਤੀਆਂ ਅਤੇ ਮੰਦਰਾਂ ਦੀਆਂ ਕੰਧਾਂ ਉੱਤੇ ਉਕਰੇ ਹੋਏ ਹਨ। ਇਹਨਾਂ ਤੋਂ ਧਰਮ, ਕਲਾ ਅਤੇ ਭਾਸ਼ਾਵਾਂ ਦੇ ਇਤਿਹਾਸ ਨਿਰਮਾਣ ਵਿੱਚ ਮੁੱਲਵਾਨ ਸਹਾਇਤਾ ਮਿਲਦੀ ਹੈ ਅਤੇ ਤਤਕਾਲੀਨ ਰਾਜਨੀਤਿਕ ਅਵਸਥਾ ਦੇ ਸੰਬੰਧ ਵਿੱਚ ਵੀ ਕੁਝ ਉਪਯੋਗੀ ਸੂਚਨਾਵਾਂ ਮਿਲਦੀਆਂ ਹਨ। ਗੁਆਂਢੀ ਦੇਸ਼ਾਂ ਦੇ ਵਿੱਚ ਮਿਲੇ ਅਭਿਲੇਖ। ਭਾਰਤ ਦੇ ਬਾਹਰ ਆਸ-ਪਾਸ ਦੇ ਦੇਸ਼ਾਂ ਵਿੱਚ ਵੀ ਕਈ ਅਭਿਲੇਖ ਮਿਲਦੇ ਹਨ, ਜਿਨ੍ਹਾਂ ਤੋਂ ਪ੍ਰਾਚੀਨ ਭਾਰਤ ਦੇ ਇਹਨਾਂ ਦੇਸ਼ਾਂ ਨਾਲ ਸੰਬੰਧਾਂ ਦੇ ਵਿਸ਼ੇ ਵਿੱਚ ਜਾਣਕਾਰੀ ਪ੍ਰਾਪਤ ਹੁੰਦੀ ਹੈ। ਐਗਜ਼ਾਮਪਲ ਦੇ ਤੌਰ 'ਤੇ ਬੋਗਜ ਕੋਈ ਅਭਿਲੇਖ ਵਿੱਚ ਇੰਦਰ, ਵਰੁਣ ਦੇਵਤਿਆਂ ਦਾ ਵਰਣਨ ਮਿਲਦਾ ਹੈ ਅਤੇ ਇਸ ਤੋਂ ਭਾਰਤ ਵਿੱਚ ਆਉਣ ਤੋਂ ਪਹਿਲਾਂ ਆਰੀਆ ਦੇ ਨਿਵਾਸ ਸਥਾਨ ਦੀ ਜਾਣਕਾਰੀ ਮਿਲਦੀ ਹੈ। ਸਿੱਕੇ। ਸਿੱਕੇ ਪ੍ਰਾਚੀਨ ਭਾਰਤੀ ਇਤਿਹਾਸ ਦਾ ਇੱਕ ਹੋਰ ਮਹੱਤਵਪੂਰਨ ਸੋਮਾ ਹਨ। ਬਹੁਤ ਜ਼ਿਆਦਾ ਗਿਣਤੀ ਵਿੱਚ ਪ੍ਰਾਚੀਨ ਭਾਰਤ ਦੇ ਰਾਜਿਆਂ ਮਹਾਰਾਜਿਆਂ ਦੇ ਸੋਨੇ, ਚਾਂਦੀ, ਤਾਂਬੇ ਅਤੇ ਮਿਲੀਆਂ ਜੁਲੀਆਂ ਧਾਤਾਂ ਦੇ ਸਿੱਕੇ ਪ੍ਰਾਪਤ ਹੋਏ ਹਨ। ਇਹਨਾਂ ਉੱਤੇ ਆਮ ਤੌਰ 'ਤੇ ਰਾਜਿਆਂ ਦੇ ਨਾਮ, ਉਹਨਾਂ ਦੀਆਂ ਮੂਰਤੀਆਂ, ਮਿਤੀਆਂ ਅਤੇ ਕੁਝ ਉੱਤੇ ਦੇਵਤਿਆਂ ਅਤੇ ਪਸ਼ੂ ਪੰਛੀਆਂ ਦੇ ਚਿੱਤਰ ਅੰਕਿਤ ਹਨ। ਇਸ ਲਈ ਇਹ ਸਿੱਕੇ ਸਮਕਾਲੀ ਰਾਜਿਆਂ ਦੀ ਵੰਸ਼ਾਵਲੀ, ਉਹਨਾਂ ਦੇ ਕਾਰਜਾਂ, ਸ਼ਾਸਨ ਪ੍ਰਬੰਧ ਅਤੇ ਰਾਜਨੀਤਿਕ ਅਤੇ ਧਾਰਮਿਕ ਵਿਚਾਰ ਜਾਣਨ ਵਿੱਚ ਬਹੁਤ ਸਹਾਇਕ ਸਿੱਧ ਹੋਏ ਹਨ। ਇਹ ਬਹੁਤ ਸਾਰੀਆਂ ਮਿਤੀਆਂ ਸੰਬੰਧੀ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਬਹੁਮੁੱਲੀ ਸਹਾਇਤਾ ਕਰਦੇ ਹਨ। ਕਈ ਸ਼ਾਸਕਾਂ ਅਤੇ ਰਾਜ ਘਰਾਣਿਆਂ ਦੇ ਇਤਿਹਾਸਕ ਗਿਆਨ ਲਈ ਇਹ ਸਿੱਕੇ ਇੱਕਮਾਤਰ ਸੋਮਾ ਹਨ। ਪ੍ਰਾਚੀਨ ਕਾਲ ਵਿੱਚ ਭਾਰਤ ਦੇ ਕਿਸੇ ਵੀ ਹੋਰ ਭਾਗ ਤੋਂ ਇੰਨੇ ਜ਼ਿਆਦਾ ਕਿਸਮ ਦੇ ਅਤੇ ਇੰਨੀ ਵੱਧ ਮਾਤਰਾ ਵਿੱਚ ਸਿੱਕੇ ਪ੍ਰਾਪਤ ਨਹੀਂ ਹੋਏ ਜਿੰਨੇ ਕਿ ਪੰਜਾਬ ਵਿੱਚੋਂ ਹੋਏ। ਸਭ ਤੋਂ ਮਹੱਤਵਪੂਰਨ ਸਿੱਕੇ ਪੰਜਾਬ ਅਤੇ ਉੱਤਰ ਪੱਛਮੀ ਖੇਤਰ ਵਿੱਚ ਹਿੰਦ ਬੈਕਟੀਰੀਅਨ ਸ਼ਾਸਕਾਂ ਦੁਆਰਾ ਈਸਵੀ ਪੂਰਵ ਦੂਜੀ ਸਦੀ ਵਿੱਚ ਜਾਰੀ ਕੀਤੇ ਗਏ। ਕੁਸ਼ਾਣ ਹਾਕਮਾਂ ਦੇ ਬਹੁਤ ਜ਼ਿਆਦਾ ਗਿਣਤੀ ਵਿੱਚ ਮਿਲੇ ਸੋਨੇ ਅਤੇ ਤਾਂਬੇ ਦੇ ਸਿੱਕੇ ਕੁਸ਼ਾਣ ਕਲਾ ਅਤੇ ਇਤਿਹਾਸਕ ਸੋਮਿਆਂ ਵਿੱਚੋਂ ਇੱਕ ਮਹੱਤਵਪੂਰਨ ਸੋਮਾ ਹਨ। ਇਹਨਾਂ ਤੋਂ ਵਪਾਰ ਅਤੇ ਵਣਜ ਦੇ ਵਿਕਾਸ ਅਤੇ ਕੁਸ਼ਾਣ ਸਾਮਰਾਜ ਦੀ ਆਰਥਿਕ ਖੁਸ਼ਹਾਲੀ ਬਾਰੇ ਜਾਣਕਾਰੀ ਮਿਲਦੀ ਹੈ। ਗੁਪਤ ਸਮਰਾਟਾਂ ਨੇ ਬਹੁਤ ਜ਼ਿਆਦਾ ਗਿਣਤੀ ਵਿੱਚ ਅਨੇਕ ਪ੍ਰਕਾਰ ਦੇ ਸਿੱਕੇ ਜਾਰੀ ਕੀਤੇ। ਇਹਨਾਂ ਤੋਂ ਗੁਪਤ ਸ਼ਾਸਕਾਂ ਦੇ ਚਰਿੱਤਰ, ਧਰਮ ਅਤੇ ਸਫਲਤਾਵਾਂ ਦੇ ਵਿਸ਼ੇ ਵਿੱਚ ਬਹੁਤ ਉਪਯੋਗੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਉਦਾਹਰਨ ਵਜੋਂ ਗੁਪਤ ਕਾਲ ਦੇ ਬਹੁਤ ਸਾਰੇ ਸਿੱਕਿਆਂ ਉੱਤੇ ਵਿਸ਼ਨੂੰ, ਗਰੁੜ ਦੇ ਚਿੱਤਰਾਂ ਦਾ ਅੰਕਿਤ ਹੋਣਾ ਇਹ ਸਿੱਧ ਕਰਦਾ ਹੈ ਕਿ ਗੁਪਤ ਰਾਜੇ ਵਿਸ਼ਨੂੰ ਦੇ ਪੁਜਾਰੀ ਸਨ। ਸਮੁੰਦਰਗੁਪਤ ਦੇ ਕੁਝ ਸਿੱਕਿਆਂ ਉੱਤੇ ਉਸ ਦੇ ਤੀਰ ਕਮਾਨ, ਕੁਹਾੜੀ ਹੱਥ ਵਿੱਚ ਲਏ ਹੋਏ ਜਾਂ ਸ਼ੇਰ ਦਾ ਸ਼ਿਕਾਰ ਕਰਦੇ ਹੋਏ ਦੇ ਚਿੱਤਰ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਉਹ ਵੀਰ ਯੋਧਾ ਅਤੇ ਨਿਪੁੰਨ ਸ਼ਿਕਾਰੀ ਸੀ। ਉਸ ਦੀ ਵੀਣਾ ਵਾਲੀ ਤਸਵੀਰ ਦੇ ਸਿੱਕੇ ਉਸ ਦੇ ਸੰਗੀਤ ਪ੍ਰੇਮੀ ਹੋਣ ਬਾਰੇ ਜਾਣਕਾਰੀ ਦਿੰਦੇ ਹਨ। ਇਸੇ ਤਰ੍ਹਾਂ ਉਸ ਦੇ ਅਸ਼ਵਮੇਧ ਪਰਾਕਰਮ ਅੰਕਿਤ ਸਿੱਕੇ ਸਪਸ਼ਟ ਕਰਦੇ ਹਨ
ਕਿ ਉਸ ਨੇ ਅਸ਼ਵਮੇਧ ਯੱਗ ਕੀਤਾ ਸੀ। ਸਿੱਕਿਆਂ ਦੀ ਬਨਾਵਟ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਕਲਾ ਕਿੱਥੋਂ ਤੱਕ ਵਿਕਸਿਤ ਸੀ ਅਤੇ ਸਿੱਕਿਆਂ ਉੱਪਰ ਅੰਕਿਤ ਸ਼ਬਦ ਉਸ ਸਮੇਂ ਦੀ ਭਾਸ਼ਾ ਦੀ ਜਾਣਕਾਰੀ ਕਰਵਾਉਂਦੇ ਹਨ। ਕਦੀ-ਕਦੀ ਸਿੱਕਿਆਂ ਦੁਆਰਾ ਰਾਜ ਦੀਆਂ ਹੱਦਾਂ ਨਿਸ਼ਚਿਤ ਕਰਨ ਵਿੱਚ ਅਤੇ ਰਾਜਾਂ ਦੇ ਆਪਸੀ ਵਪਾਰਕ ਸੰਬੰਧਾਂ ਨੂੰ ਜਾਣਨ ਵਿੱਚ ਵੀ ਸਹਾਇਤਾ ਮਿਲਦੀ ਹੈ। ਪੁਰਾਤਨ ਸਥਾਨਾਂ ਦੀਆਂ ਖੁਦਾਈਆਂ। ਪੁਰਾਤੱਤਵ ਵਿਗਿਆਨੀਆਂ ਨੂੰ ਖੁਦਾਈਆਂ ਦੇ ਕੰਮ ਵਿੱਚ ਸਭ ਤੋਂ ਵੱਧ ਸਫਲਤਾ 1922-23 ਈਸਵੀ ਵਿੱਚ ਪ੍ਰਾਪਤ ਹੋਈ, ਜਦੋਂ ਉਹਨਾਂ ਨੂੰ ਸਿੰਧ ਤੇ ਮਹਿਜੋਦੜੋ ਅਤੇ ਪੰਜਾਬ ਦੇ ਹੜੱਪਾ ਨਾਮਕ ਸਥਾਨਾਂ ਦੀਆਂ ਖੁਦਾਈਆਂ ਦੇ ਸਿੱਟੇ ਵਜੋਂ ਇਸ ਖੇਤਰ ਵਿੱਚ ਇੱਕ ਵਿਕਸਿਤ ਸ਼ਹਿਰੀ ਸੱਭਿਅਤਾ ਦੇ ਅਵਸ਼ੇਸ਼ ਮਿਲੇ, ਜਿਵੇਂ ਸੜਕਾਂ, ਗਲੀਆਂ, ਨਾਲੀਆਂ, ਮਕਾਨਾਂ ਤੇ ਵਿਸ਼ਾਲ ਭਵਨਾਂ ਦੇ ਖੰਡਰ, ਮਿੱਟੀ ਦੇ ਭਾਂਡੇ, ਮੋਹਰਾਂ, ਮੂਰਤੀਆਂ, ਤੱਕਲੀਆਂ, ਗਹਿਣੇ ਅਤੇ ਹੋਰ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਅਣਗਿਣਤ ਵਸਤਾਂ। ਇਨ੍ਹਾਂ ਖੰਡਰਾਂ ਤੇ ਵਸਤਾਂ ਦਾ ਨਿਰੀਖਣ ਕਰਕੇ ਜਾਨ ਮਾਰਸ਼ਲ ਨੇ 3 ਜਿਲਦਾਂ ਵਿੱਚ ਇੱਕ ਵਿਸ਼ਾਲ ਗ੍ਰੰਥ ਪ੍ਰਕਾਸ਼ਿਤ ਕੀਤਾ। ਇਸ ਤੋਂ ਬਾਅਦ ਦੇ ਵਿੱਚ ਵੀ ਵੱਖ-ਵੱਖ ਸਥਾਨਾਂ ਦੇ ਉੱਤੇ ਖੁਦਾਈਆਂ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚ ਸਾਬਕਾ ਬਹਾਵਲਪੁਰ ਰਿਆਸਤ ਦੇ 11 ਸਥਾਨਾਂ 'ਤੇ, ਰਾਜਸਥਾਨ ਵਿੱਚ ਕਾਲੀਬੰਗਾ, ਪੰਜਾਬ ਵਿੱਚ ਕੋਟਲਾ ਨਿਹੰਗ ਖਾਂ, ਰੋਪੜ ਤੇ ਸੰਘੋਲ ਆਦਿ ਸਥਾਨਾਂ ਦੇ ਉੱਤੇ ਖੁਦਾਈਆਂ ਹੋਈਆਂ। ਇਹਨਾਂ ਸਥਾਨਾਂ ਦੀਆਂ ਖੁਦਾਈਆਂ ਤੋਂ ਵੀ ਉਸੇ ਸੱਭਿਅਤਾ ਨਾਲ ਸੰਬੰਧਿਤ ਅਵਸ਼ੇਸ਼ ਪ੍ਰਾਪਤ ਹੋਏ। ਇਸ ਤੋਂ ਸਿੱਧ ਹੋਇਆ ਕਿ ਵੈਦਿਕ ਕਾਲ ਦੇ ਭਾਰਤੀ ਆਰੀਆਂ ਤੋਂ ਪਹਿਲਾਂ ਉੱਤਰ ਪੱਛਮੀ ਭਾਰਤ ਦੇ ਵਿਸ਼ਾਲ ਖੇਤਰ ਵਿੱਚ 3000 ਤੋਂ 2000 ਈਸਵੀ ਪੂਰਵ ਦੌਰਾਨ ਇੱਕ ਉੱਚ ਕੋਟੀ ਦੀ ਨਾਗਰਿਕ ਸੱਭਿਅਤਾ ਵਿਕਸਿਤ ਸੀ, ਜਿਸ ਨੂੰ ਆਮ ਤੌਰ 'ਤੇ ਸਿੰਧੂ ਘਾਟੀ ਸੱਭਿਅਤਾ ਜਾਂ ਹੜੱਪਾ ਸੰਸਕ੍ਰਿਤੀ ਕਿਹਾ ਜਾਂਦਾ ਹੈ। ਪ੍ਰਾਚੀਨ ਕਾਲ ਦੇ ਭਵਨ ਤੇ ਕਲਾ ਕਿਰਤੀਆਂ। ਪ੍ਰਾਚੀਨ ਕਾਲ ਦੇ ਮੰਦਰ, ਸਤੂਪ, ਗੁਫਾਵਾਂ ਅਤੇ ਇਸ ਪ੍ਰਕਾਰ ਦੇ ਦੂਜੇ ਭਵਨ ਵੀ ਇਤਿਹਾਸਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹਨ। ਇਹ ਨਾ ਕੇਵਲ ਵੱਖ-ਵੱਖ ਕਲਾਵਾਂ ਦੇ ਸੰਬੰਧ ਵਿੱਚ ਹੀ ਜਾਣਕਾਰੀ ਦਿੰਦੇ ਹਨ, ਸਗੋਂ ਤਤਕਾਲੀਨ ਧਾਰਮਿਕ ਅਤੇ ਸਮਾਜਿਕ ਅਵਸਥਾ ਉੱਤੇ ਵੀ ਚਾਨਣਾ ਪਾਉਂਦੇ ਹਨ। ਇਸ ਸੰਬੰਧ ਵਿੱਚ ਅਸ਼ੋਕ ਦੇ ਸਾਂਚੀ ਅਤੇ ਭਾਰਹੁਤ ਦੇ ਸਤੂਪ ਅਤੇ ਗੁਪਤ ਕਾਲ ਦੇ ਦੇਵਗੜ੍ਹ, ਭੀਤਰਗਾਮ ਅਤੇ ਤਿਗਾਵਾ ਦੇ ਮੰਦਰ ਵਿਸ਼ੇਸ਼ ਰੂਪ ਵਿੱਚ ਵਰਣਨਯੋਗ ਹਨ। ਬਤਾਪੀ ਦੇ ਚਾਲੁਕਯ ਸ਼ਾਸਕਾਂ ਰਾਹੀਂ ਬਣਾਏ ਗਏ ਇਹੋਲ ਦੇ ਮੰਦਰ ਪ੍ਰਸਿੱਧ ਹਨ। ਰਾਸ਼ਟਰਕੂਟ ਸ਼ਾਸਕਾਂ ਦੇ ਮੰਦਰਾਂ ਵਿੱਚ ਏਲੋਰਾ ਦਾ ਕੈਲਾਸ਼ ਸ਼ਿਵ ਮੰਦਰ ਵਰਣਨਯੋਗ ਹੈ। ਚੋਲ ਸ਼ਾਸਕਾਂ ਦੇ ਮੰਦਰਾਂ ਵਿੱਚੋਂ ਜਗਤ ਪ੍ਰਸਿੱਧ ਤੰਜੌਰ ਵਿਖੇ ਰਾਜ ਰਾਜੇਸ਼ਵਰ ਮੰਦਰ ਹੈ। ਵੱਖ-ਵੱਖ ਕਾਲਾਂ ਵਿੱਚ ਬਣਾਈਆਂ ਗਈਆਂ ਮੂਰਤੀਆਂ ਇਤਿਹਾਸ ਨਿਰਮਾਣ ਵਿੱਚ ਸਹਾਇਕ ਸਿੱਧ ਹੋਈਆਂ ਹਨ। ਗੁਪਤ ਕਾਲ ਦੀਆਂ ਵਿਸ਼ਨੂੰ, ਸ਼ਿਵ, ਬੁੱਧ ਅਤੇ ਮਹਾਵੀਰ ਦੀਆਂ ਮੂਰਤੀਆਂ ਇਹ ਸਿੱਧ ਕਰਦੀਆਂ ਹਨ ਕਿ ਗੁਪਤ ਸਮਰਾਟ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਦਾ ਪਾਲਣ ਕਰਦੇ ਸਨ। ਮੂਰਤੀਆਂ ਦੇ ਨਾਲ-ਨਾਲ ਭਿੰਨ-ਭਿੰਨ ਕਾਲਾਂ ਦੇ ਚਿੱਤਰ ਵੀ ਆਪਣੇ ਸਮੇਂ ਦੇ ਪਹਿਰਾਵੇ, ਭੋਜਨ, ਬਨਸਪਤੀਆਂ, ਧਾਰਮਿਕ ਤੇ ਸਮਾਜਿਕ ਪ੍ਰਥਾਵਾਂ ਅਤੇ ਰਾਜਿਆਂ ਤੇ ਰਾਜਕੁਮਾਰਾਂ ਦੇ ਰਹਿਣ-ਸਹਿਣ ਉੱਤੇ ਚਾਨਣਾ ਪਾਉਂਦੇ ਹਨ। ਉਦਾਹਰਨ ਵਜੋਂ ਅਜੰਤਾ ਦੀਆਂ ਗੁਫਾਵਾਂ ਦੇ ਚਿੱਤਰਾਂ ਤੋਂ ਗੁਪਤ ਕਾਲ ਦੇ ਸਮਾਜਿਕ ਤੇ ਧਾਰਮਿਕ ਜੀਵਨ ਬਾਰੇ ਬਹੁਮੁੱਲੀ ਜਾਣਕਾਰੀ ਮਿਲਦੀ ਹੈ।